Thanks for tuning into K9 News Punjab. Don't forget to like, share, comment and subscribe. ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਦੂਜੇ ਰਾਊਂਡ ਦੀ ਸ਼ੁਰੂਆਤ ਦੇ ਤਹਿਤ ਹਲਕੇ ਅੰਦਰ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਨਵਜੋਤ ਸਿੰਘ ਦਾਹੀਆ ਵੱਲੋਂ ਪਿੰਡਾਂ ਵਿੱਚ ਪਹਿਲਾ ਗੇੜਾ ਵੀ ਅਜੇ ਅਧੂਰਾ ਹੈ ਅਤੇ ਡੋਰ ਟੂ ਡੋਰ ਪ੍ਰਚਾਰ ਦੀ ਉਮੀਦ ਸ਼ਾਇਦ ਅਧੂਰੀ ਹੀ ਰਹਿ ਜਾਵੇਗੀ। ਕਾਂਗਰਸ ਪਾਰਟੀ ਵੱਲੋਂ ਜਿੱਥੇ ਉਮੀਦਵਾਰ ਦਾ ਐਲਾਨ ਸਭ ਤੋਂ ਬਾਅਦ ਵਿੱਚ ਕੀਤਾ ਗਿਆ ਸੀ, ਉੱਥੇ ਹੀ ਇਹਨਾਂ ਦੇ ਵਰਕਰਾਂ ਦਾ ਆਪਸੀ ਕਾਟੋ ਕਲੇਸ਼ ਵੀ ਅਜੇ ਬਰਕਰਾਰ ਹੈ ਤੇ ਸ਼ਾਇਦ ਹੀ ਯੂਥ ਕਾਂਗਰਸ ਦੇ ਆਗੂ ਵੀ ਖੁੱਲ੍ਹ ਕੇ ਉਮੀਦਵਾਰ ਨਾਲ ਤੁਰਦੇ ਨਜ਼ਰ ਹੀ ਆਉਣ, ਜੋ ਕਿ ਕਾਂਗਰਸ ਪਾਰਟੀ ਲਈ ਇੱਕ ਵੱਡਾ ਨੁਕਸਾਨ ਸਾਬਿਤ ਹੋਵੇਗਾ। ਜਿੱਥੇ ਕਾਂਗਰਸ ਦੇ ਉਮੀਦਵਾਰ ਸਾਹਿਬ ਪਿਛਲੇ ਦਿਨੀ ਬਿਲਗਾ ਵਿਖੇ ਪੱਤਰਕਾਰਾਂ ਨਾਲ ਸਿੰਘ ਫਸਾਉਣ ਲਈ ਤਿਆਰ ਹੋ ਗਏ ਸਨ, ਉੱਥੇ ਹੀ ਅੱਜ ਵੀ ਉਹਨਾਂ ਦੀ ਜ਼ਬਾਨ ਵੱਲੋਂ ਉਹਨਾਂ ਦਾ ਸਾਥ ਨਹੀਂ ਦਿੱਤਾ ਗਿਆ ਅਤੇ ਉਹਨਾਂ ਨੇ ਬਿਲਗਾ ਵਾਸੀਆਂ ਬਾਰੇ ਇਹੋ ਜਿਹੀ ਬਿਆਨਬਾਜ਼ੀ ਕਰ ਦਿੱਤੀ ਜਿਸ ਦਾ ਖਾਮਿਆਜ਼ਾ ਉਹਨਾਂ ਨੂੰ ਬਿਲਗਾ ਪਿੰਡਾਂ ਦੀ ਫੇਰੀ ਅਤੇ ਵੋਟਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਕਾਂਗਰਸ ਪਾਰਟੀ ਦੇ ਦੋਨੋਂ ਦੇ ਆਗੂਆਂ ਵੱਲੋਂ ਵੀ ਜੋ ਕੰਡੇ ਪਿਛਲੇ ਸਮੇਂ ਪਿੰਡਾਂ ਵਿੱਚ ਖਿਲਾਰੇ ਗਏ ਹਨ, ਉਹ ਵੀ ਉਮੀਦਵਾਰ ਦੇ ਪੈਰਾਂ ਵਿੱਚ ਚੁੱਭਣੇ ਲਾਜ਼ਮੀ ਹਨ। ਇੱਥੇ ਇਹ ਵੀ ਡੂੰਘੀ ਸੋਚ ਦਾ ਵਿਸ਼ਾ ਹੈ ਕਿ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਬਸ਼ਿੰਦਿਆਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਨਸ਼ੇੜੀਆਂ ਦਾ ਦਰਜਾ ਦੇ ਦੇਣਾ ਇੱਕ ਤਰ੍ਹਾਂ ਨਾਲ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਦਾ ਨਤੀਜਾ ਤਾਂ ਨਹੀਂ ਹੈ, ਕਿਉਂਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਸ ਤੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਸਿੱਖ ਸੰਗਤਾਂ ਜ਼ਿੰਮੇਵਾਰ ਸਮਝਦੀਆਂ ਹਨ। K9 ਨਿਊਜ਼ ਪੰਜਾਬ ਦੀ ਗਰਾਊਂਡ ਜ਼ੀਰੋ ਤੋਂ ਵਿਸ਼ੇਸ਼ ਰਿਪੋਰਟ। ਜੋਰਾਂ ਤੇ ਚੋਣ ਕੰਪੇਨ ਚੱਲ ਰਹੀ ਹੈ ਇਸ ਵੇਲੇ ਤੁਹਾਡੀ ਹਲਕੇ ਦੇ ਅੰਦਰ ਹੁਣ ਤੱਕ ਕਿੰਨੇ ਕੁ ਜਿਹੜਾ ਇਲਾਕਾ ਕਵਰ ਕਰ ਗਏ ਹੋ? ਆਲਮੋਸਟ 80% ਤੋਂ ਜ਼ਿਆਦਾ ਮੈਂ ਕਵਰੇਜ ਮੇਰੀ ਹੋ ਚੁੱਕੀ ਹੈ ਤੇ ਹੁਣ ਮੈਨੂੰ ਲੱਗਦਾ ਹੈ ਕੱਲ ਨੂੰ ਸਾਡਾ 100 ਪੈਸੇ ਇਲਾਕਾ ਜਿਹੜਾ ਮੁੱਕ ਜਾਣਾ ਤੇ ਪਰਸੋਂ ਤੋਂ ਅਸੀਂ ਸੈਕੰਡ ਰਾਊਂਡ ਦੇ ਵਿੱਚ ਦੁਬਾਰਾ ਇੱਕ ਵਾਰੀ ਫੇਰ ਜਿੱਥੇ ਜਿੱਥੇ ਸਾਨੂੰ ਕੋਈ ਮਾੜੀ ਮੋਟੀ ਕਮਜ਼ੋਰੀ ਲੱਗਦੀ ਹੈ, ਜਿੱਥੇ ਲੋਕ ਹਜੇ ਵੀ ਇਹਨਾਂ ਦੇ ਝੂਠ ਦੇ ਵਿੱਚ ਫਸੇ ਹੋਏ ਆ, ਜਿੱਥੇ ਲੋਕ ਇਹਨਾਂ ਤੋਂ ਡਰਦੇ ਹਜੇ ਹਿੱਲ ਨਹੀਂ ਰਹੇ, ਉਹ ਮੈਨੂੰ ਲੱਗਦਾ ਹੈ ਕਿ ਦੂਜੇ ਰਾਊਂਡ ਦੇ ਵਿੱਚ ਦੂਜਾ ਜਿਹੜਾ ਸਾਰਾ ਹੈ ਉਹ ਇੱਕ ਪਾਸੜੀ ਇਲੈਕਸ਼ਨ ਅਸੀਂ ਕਰ ਦਿਆਂਗੇ। ਪਹਿਲੀ ਵਾਰੀ ਵੱਖ-ਵੱਖ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਦੇ ਮੁਖਾਬਤ ਹੋ ਰਹੇ? ਨਹੀਂ, ਪਹਿਲੀ ਵਾਰੀ ਨਹੀਂ ਮੈਂ ਹੋ ਰਿਹਾ ਜੀ, ਉਮੀਦਵਾਰ ਵਜੋਂ। ਹਾਂ, ਉਮੀਦਵਾਰ ਵਜੋਂ ਮੈਂ ਹੋ ਰਿਹਾ, ਪਰ ਮੈਂ ਤੁਹਾਨੂੰ ਦੱਸਦਾ ਕਿ ਪਿਛਲੀ ਵਾਰੀ ਵੀ ਜਦੋਂ ਟਿਕਟ ਇੱਥੇ ਦੇ ਨੁਮਾਇੰਦੇ ਨੂੰ ਮਿਲੀ ਸੀ, ਜਿਹੜਾ ਕਿ ਬਾਅਦ ਦੇ ਵਿੱਚ ਰਲਿਆ ਹੋਇਆ ਨਿਕਲਿਆ, ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਤਕਰੀਬਨ 160 ਦੇ ਵਿੱਚੋਂ 110 ਪਿੰਡ ਮੈਨੂੰ ਇਕੱਲੇ ਨੂੰ ਕਰਨੇ ਪਏ ਸੀ। ਮੈਂ ਆਪਣੀ ਟੀਮ ਰਾਜੋਵਾਲ ਸਾਹਿਬ, ਦੀਪਾ ਜੀ, ਹੈਪੀ ਸੰਧੂ ਜੀ, ਇਹਨਾਂ ਦੇ ਨਾਲ ਮਿਲ ਕੇ ਸਾਰੇ ਪਿੰਡ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਜੀ ਲੋਕ ਜ਼ਿਆਦਾ ਤੁਹਾਡੇ ਕੋਲੋਂ ਆਉਣ ਵਾਲੇ MLA ਬਣਨ ਤੋਂ ਬਾਅਦ ਕਿਹੜੀਆਂ ਜ਼ਿਆਦਾ ਮੁੱਖ ਮੰਗਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖਦੇ? ਜਿਹੜੀਆਂ ਮੰਗਾਂ ਇਹਨਾਂ ਦੀਆਂ ਮੁੱਖ ਨੇ ਨਾ, ਉਹ ਮੇਰੇ ਲਈ ਬਹੁਤ ਆਸਾਨ ਹੋ ਜਾਣਗੀਆਂ, ਕਿਉਂਕਿ ਜਿਹੜਾ ਸਾਡਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੈ ਉਹ ਇਹਨਾਂ ਦੀਆਂ ਤਕਲੀਫਾਂ ਦੇ ਵਿੱਚ ਦੀ ਗੁਜ਼ਰਿਆ ਹੋਇਆ ਤੇ ਉਹਨੇ ਜਿਹੜੀਆਂ ਇਹ ਤਕਲੀਫਾਂ ਹੈ ਉਹਨੇ ਉੱਦਾਂ ਹੀ ਦੂਰ ਕਰਾ ਦੇਣੀਆਂ। ਜਿਹੜੀਆਂ ਪਿੰਡਾਂ ਦੇ ਛੋਟੇ ਛੋਟੇ ਮਸਲੇ ਨੇ, ਇਹ ਮਸਲੇ ਤਾਂ ਅਸੀਂ ਇੱਕ ਵੱਖਰਾ ਕਿਸਮ ਦੇ ਨਾਲ ਹੀ ਇੱਕ ਸਿਸਟਮ ਬਣਾਵਾਂਗੇ ਜਿਹਦੇ ਨਾਲ ਆਟੋਮੈਟਿਕ ਹੋਇਆ ਕਰਨ। ਔਰ ਜਿਹੜਾ ਮੇਰਾ ਮਕਸਦ ਹੈ ਉਹ ਇਹ ਹੈ ਕਿ ਜਿੱਦਾਂ ਅਸੀਂ ਲੋਕ ਇੱਕ ਆਮ ਸਧਾਰਨ ਜਿਹਾ ਕਿਸਾਨ ਪਰਿਵਾਰ 'ਚ ਜੰਮ ਕੇ ਪੜ੍ਹ ਲਿਖ ਕੇ ਇੱਥੇ ਪਹੁੰਚੇ ਹਾਂ, ਇਹਨਾਂ ਬੱਚਿਆਂ ਨੂੰ ਜੋ ਸਾਡੀ ਪੀਰਾਂ ਪੈਗੰਬਰਾਂ ਦੀ ਸੇਧ ਹੈ ਉਹੀ ਸਿਖਾਉਣਾ ਹੈ ਕਿ ਪੜ੍ਹਾਈ ਦਾ ਸਹਾਰਾ ਲੈਣਾ ਔਰ ਸਮੇਂ ਦੇ ਹਾਣੀ ਬਣਾਉਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਾਉਣੇ। 5 ਸਾਲ ਤਾਂ ਤੁਸੀਂ ਪਹਿਲੇ ਜਿਹੜੇ ਆ ਘਰ ਘਰ ਰੁਜ਼ਗਾਰ ਨੂੰ ਲੈ ਕੇ ਕੱਢ ਲਏ ਤੇ ਹੁਣ ਇਸ ਵੇਲੇ ਤੁਸੀਂ ਨਵਾਂ ਨਾਰਾ ਆ ਕਿ ਚੰਨੀ ਆ ਗਿਆ ਆ, ਸਾਰੇ ਮਸਲੇ ਹੱਲ ਕਰ ਦੇਣੇ ਆ। ਹਰ ਵਾਰੀ ਕੋਈ ਨਾ ਕੋਈ ਚੋਣ ਮੁੱਦਾ ਨਵਾਂ ਟ੍ਰੈਂਡ ਹੁੰਦਾ, ਇਹਦੇ ਬਾਰੇ ਕੀ ਕਹੋ? ਮੈਂ ਦੱਸਦਾ ਕਿ ਪੰਜਾਬ ਦੇ ਵਿੱਚ ਘੱਟੋ ਘੱਟ 3 ਲੱਖ ਨੌਕਰੀਆਂ ਐਸੀਆਂ ਨੇ ਜਿਹੜੀਆਂ ਵਿਹਲੀਆਂ ਪਈਆਂ ਤੇ ਪੰਜਾਬ ਦੇ ਵਿੱਚ ਘੱਟ ਤੋਂ ਘੱਟ 13.5 ਲੱਖ EMPLOYE ਉਹ ਹੈ ਜਿਹੜਾ ਬਿਹਾਰ ਤੋਂ, ਬੰਗਾਲ ਤੋਂ ਆ ਕੇ ਕੰਮ ਕਰ ਰਿਹਾ। ਮੈਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਵੱਖਰੀਆਂ ਇੰਡਸਟਰੀਜ਼ ਦੀ ਗੱਲ ਕਰ ਰਿਹਾ। ਫੈਕਟਰੀਆਂ ਦੇ ਵਿੱਚ ਜਿਹੜੇ ਫੋਰਮੈਨ ਨੇ ਉਹ ਸਾਰੇ ਜਿਹੜੇ ਨੇ ਉਹ ਬਾਹਰੋਂ ਆਏ ਨੇ, ਕਿਉਂਕਿ ਜਿਹੜਾ 10 ਸਾਲ ਦਾ ਇਹਨਾਂ ਦਾ ਪ੍ਰਬੰਧ ਸੀਗਾ ਜੋ ਅਕਾਲੀ ਦਲ ਨੇ ਕੀਤਾ ਸੀਗਾ, ਉਹਦੇ 'ਚ ਇਹਨਾਂ ਨੇ ਐਜੂਕੇਸ਼ਨ ਪਾਲਿਸੀ ਫੇਲ ਕਰ ਦਿੱਤੀ ਸੀ। ਅਸੀਂ ਦੁਬਾਰਾ ਐਜੂਕੇਸ਼ਨ ਪਾਲਿਸੀ ਨੂੰ ਲਾਈਨ ਤੇ ਲੈ ਕੇ ਆਏ ਹਾਂ, ਟੈਕਨੀਕਲ ਐਜੂਕੇਸ਼ਨ ਨੂੰ ਸਟਰੋਂਗ ਕਰ ਰਹੇ ਹਾਂ ਔਰ ਜਿਹੜੇ ਬੱਚੇ ਹੁਣ ਬਾਹਰ ਪੜ੍ਹ ਕੇ ਨਿਕਲ ਰਹੇ ਆ ਉਹਨਾਂ ਨੂੰ ਦੇਖਿਓ ਤੁਸੀਂ ਡੈਫੀਨੇਟਲੀ ਨੌਕਰੀਆਂ ਮਿਲਣਗੀਆਂ, ਕਿਉਂਕਿ ਜਿਹੜਾ ਅਸੀਂ ਇੰਡਸਟਰੀਅਲ ਉਹਦੇ ਵਿੱਚ ਉਹ ਇੰਡਸਟਰੀ ਵਾਲੇ ਇਹ ਰੋਈ ਜਾਂਦੇ ਆ ਕਿ ਸਾਡੇ ਕੋਲ ਵਰਕਰ ਹੈ ਨਹੀਂ ਤੇ ਸਾਡੇ ਲੋਕ ਇਹ ਰੋਈ ਜਾਂਦੇ ਸਾਡੇ ਕੋਲ ਨੌਕਰੀਆਂ ਹੈ ਨਹੀਂ। ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੋ ਸਮੇਂ ਦੇ ਹਿਸਾਬ ਨਾਲ ਕਈ ਵਾਰੀ ਆਪਾਂ ਇੱਥੋਂ ਅਮਰੀਕਾ ਲਈ ਨਿਕਲਦੇ ਹਾਂ ਤੇ ਰਾਹ ਦੇ ਵਿੱਚ ਕਈ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਤੇ ਪਰ ਮੰਜ਼ਿਲ ਜਿਹੜੀ ਆ ਸਾਡੀ ਉਹ ਪੰਜਾਬੀਆਂ ਨੂੰ
ਇਹ ਸਾਰੀਆਂ ਚੀਜ਼ਾਂ ਦੇਣਾ ਹੈ। ਅਸੀਂ ਮੰਜ਼ਿਲ ਤੇ ਜ਼ਰੂਰ ਮੁਕੰਮਲ ਤੌਰ ਤੇ ਪਹੁੰਚਾਂਗੇ। ਭਈਆ ਜੀ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਬਾਹਰਲੇ ਸੂਬੇ ਤੋਂ 3 ਲੱਖ ਲੋਕ ਇੱਥੇ ਆ ਕੇ ਰੁਜ਼ਗਾਰ ਜਿਹੜਾ ਉਹ ਲੈ ਰਹੇ ਆ, ਤੁਹਾਡੀ ਸਰਕਾਰ ਤੇ ਇਲਜ਼ਾਮ ਲੱਗਾ ਸੀ ਵੀ ਪੁਲਿਸ ਤੇ ਬਿਜਲੀ ਬੋਰਡ ਵਿੱਚ ਜਿਹੜੇ ਆ ਨੇੜੇ ਸੂਬਿਆਂ ਦੇ ਜਿਹੜੇ ਤੁਸੀਂ ਮੁਲਾਜ਼ਮ ਜ਼ਿਆਦਾ ਰੱਖੇ ਆ, ਪੰਜਾਬੀਆਂ ਨੂੰ ਘੱਟ ਮੌਕੇ ਮਿਲਦੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਵੀ ਇਨਕੁਆਇਰੀ ਕਰਕੇ ਅਸੀਂ ਦੱਸਾਂਗੇ, ਕੁਝ ਨਹੀਂ ਦੱਸਿਆ ਮੁੜ ਕੇ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਇਹ ਜਿਹੜੇ ਬੂਟਿਆਂ ਨੇ ਫਲ ਪਿਛਲੇ 5 ਸਾਲਾਂ 'ਚ ਦਿੱਤਾ, ਉਹ ਬੂਟੇ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਲਾ ਕੇ ਗਏ ਆ। ਤੁਸੀਂ ਇੱਕ ਗੱਲ ਮੇਰੀ ਸਮਝਣ ਦੀ ਕੋਸ਼ਿਸ਼ ਕਰੋ, ਜਿਹੜੇ ਬੂਟੇ ਅਸੀਂ ਲਾਏ ਆ ਤੁਹਾਨੂੰ ਵਧੀਆ ਛਾਂ ਔਰ ਵਧੀਆ ਫਲ ਦੇਣਗੇ। ਆਪਾਂ ਛੋਟੀਆਂ ਗੱਲਾਂ ਦੇ ਵਾਦ ਵਿਵਾਦ 'ਚ ਨਾ ਪੈਂਦੇ ਹੋਏ ਮੈਂ ਤੁਹਾਡੀ ਇਹ ਬੇਨਤੀ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜਿਹੜੀ ਦੁਨੀਆ ਉਹ ਆਸ ਤੇ ਵਿਸ਼ਵਾਸ ਤੇ ਕਾਇਮ ਹੈ। ਸਾਨੂੰ ਇੱਕ ਆਸ ਜਾਗੀ ਹੈ ਚੰਨੀ ਸਾਹਿਬ ਦਾ 111 ਦਿਨਾਂ ਦਾ ਕੰਮ ਦੇਖ ਕੇ, ਔਰ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਔਰ ਜਿਹੜੀਆਂ ਮੁਸ਼ਕਲਾਂ ਇਹਨਾਂ ਦੀਆਂ ਰਹਿ 5 ਸਾਲਾਂ 'ਚ ਹੱਲ ਕਰਾਂਗੇ। ਤੁਹਾਡਾ ਕੀ ਕਹਿਣਾ ਤੁਹਾਡੇ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਵੀ ਪਿਛਲੇ 5 ਸਾਲ ਨੂੰ ਭੁੱਲ ਕੇ ਚੰਨੀ ਉਹਨਾਂ ਨੂੰ ਦੁਬਾਰਾ ਵੋਟ ਮੇਰਾ ਪਾਓ? ਇਹ ਕਹਿਣਾ ਹੈਗਾ ਕਿ ਜਿਹੜੇ 10 ਸਾਲਾਂ ਦੇ ਵਿੱਚ ਬਿਲਗੇ ਦੇ ਵਿੱਚ ਮੌਤਾਂ ਹੋਈਆਂ, ਜਿਹੜਾ ਸਾਡੇ 6ਵੇਂ ਨਸ਼ਿਆਂ ਦਾ ਦਰਿਆ ਚੱਲਿਆ, ਜਿਹਨੂੰ ਅਸੀਂ ਬੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਹੋ ਸਕਦਾ ਹੈ ਕਿ ਮਾੜਾ ਮੋਟਾ ਉਹ ਇੰਨਾ ਟੀਕਾ ਲੱਗ ਗਿਆ ਸਮਾਜ ਦੇ ਵਿੱਚ ਜਿਹੜਾ ਅਸੀਂ ਬਾਹਰ ਨਹੀਂ ਕੱਢ ਪਾ ਰਹੇ, ਉਹਨੂੰ ਅਸੀਂ ਠੱਲ ਪਾਈ ਹੈ ਔਰ ਉਹਦੇ ਲਈ ਬੜੀ ਕੋਸ਼ਿਸ਼ ਕੀਤੀ ਹੈ ਔਰ ਬਹੁਤ ਅੱਗੇ ਤੱਕ ਗਏ ਹੈ। ਆਪਣੀਆਂ ਜਾਨਾਂ ਦੀ ਨਾ ਪਰਵਾਹ ਕਰਦੇ ਹੋਏ ਅਸੀਂ ਸਮਾਜ ਲਈ ਖੜੇ ਹੋਏ ਹਾਂ। ਮੇਰਾ ਇਹ ਸੰਦੇਸ਼ ਹੈ ਕਿ ਜਿਹੜਾ ਉਹਨਾਂ ਨੇ ਬੂਟਾ ਲਾਇਆ ਸੀ ਉਹਨੂੰ ਅਸੀਂ ਆਉਣ ਵਾਲੇ 10 ਸਾਲਾਂ 'ਚ ਬਿਲਕੁਲ ਸਾਫ਼ ਕਰਾਂਗੇ। ਭਾਈ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ, ਬਿਲਗੇ ਦੀ ਗੱਲ ਕੀਤੀ ਆ, ਪਰ ਬਿਲਗੇ ਵਿੱਚ ਕਾਂਗਰਸ ਤੀਜੇ ਨੰਬਰ ਤੇ ਆਉਂਦੀ ਆ, ਨਸ਼ੇ ਦੇ ਮੰਨ ਲਓ ਉਹਨਾਂ ਦੇ ਕਾਰਜਕਾਲ 'ਚ ਸੀ ਉਹ ਪਹਿਲੇ ਨੰਬਰ ਤੇ ਆਉਂਦੇ ਆ। ਇਹਦਾ ਕੀ ਕਾਰਨ ਆ ਵੀ ਮੌਤਾਂ ਵੀ ਉੱਥੇ ਵੱਧ ਹੋਈਆਂ, ਬਿਲਗੇ ਦੇ ਲੋਕ ਤੁਹਾਡੀ ਪਾਰਟੀ ਨਾਲ ਕਿਉਂ ਨਹੀਂ ਜੁੜ ਸਕੇ? ਦੇਖੋ ਇਹ ਤੁਹਾਡੀ ਸੋਚ ਹੈ, ਆ ਵੋਟਾਂ ਪੈਣੀਆਂ ਕਿਉਂਕਿ ਜਿਹੜੀਆਂ ਪਿਛਲੀਆਂ ਵੋਟਾਂ ਪਈਆਂ ਸੀ ਉਹ ਨਸ਼ੇ ਦੀ ਲੋਰ 'ਚ ਪਈਆਂ ਸੀ, ਜਿਹੜੀਆਂ ਹੁਣ ਵੋਟਾਂ ਪੈਣੀਆਂ ਉਹ ਬਿਨਾਂ ਨਸ਼ੇ ਦੀ ਲੋਰ ਦੇ ਪੈਣੀਆਂ। ਤੇ ਤੁਸੀਂ ਜਦੋਂ ਦੇਖਿਓ ਸਾਡੇ ਵਰਕਰਾਂ ਨੇ ਔਰ ਸਾਡੇ ਵੋਟਰਾਂ ਨੇ ਉੱਥੇ ਦਾ ਰਿਜ਼ਲਟ ਦੇਖੋਗੇ, ਫਿਰ ਆਪਾਂ ਡਿਸਕਸ ਕਰਾਂਗੇ ਗੱਲ। ਜ਼ਰੂਰ ਆਪਾਂ ਵੋਟਾਂ ਤੋਂ ਬਾਅਦ ਵੀ ਜਦੋਂ ਰਿਜ਼ਲਟ ਆਇਆ ਤੁਹਾਡੇ ਨਾਲ ਗੱਲ ਕਰਾਂਗੇ। ਧੰਨਵਾਦ। ਥੈਂਕ ਯੂ ਜੀ।